A very sweet morning to all of you students. How are you? I hope all are you fine. So today we will discuss the concept of that's chapter 4, that's a journal. So after completed the chapter 3rd, now today we will discuss the chapter of journal. This journal is the main book of recording the transaction. So journal beta it's mean recording transactions systematically. ਬੇਟਾ ਜਿਹੜਾ ਜਰਨਲ ਵਰਡ ਹੈ ਕਿੱਥੋਂ ਡਰਾਈਵ ਕੀਤਾ ਗਿਆ ਜਰ ਮੀਨਸ ਏ ਡੇ ਸੋ ਜਰਨਲ ਦਾ ਮਤਲਬ ਆਲ ਰਿਕਾਰਡਸ ਮੋਨੇਟਰੀ ਟ੍ਰਾਂਜੈਕਸ਼ਨ ਔਨ ਡੇਲੀ ਬੇਸਿਸ ਬੇਟਾ ਜਿੱਥੇ ਟ੍ਰਾਂਜੈਕਸ਼ਨ ਆਪਾਂ ਰਿਕਾਰਡ ਕਰਦੇ ਹਾਂ ਕਿਸ ਬੇਸਿਸ ਤੇ ਡੇਲੀ ਬੇਸਿਸ ਤੇ ਕਿਉਂਕਿ ਹੁਣੇ ਤੁਹਾਨੂੰ ਮੈਂ ਵਰਡ ਦੱਸਿਆ ਜਰ ਸੋ ਜਰ ਦਾ ਮਤਲਬ ਇਹੀ ਹੈ ਕਿ ਡੇਲੀ ਬੇਸਿਸ ਤੇ ਕੀ ਕਰਨਾ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਸੋ ਬੇਟਾ ਕਹਿਣ ਦਾ ਮਤਲਬ ਕ੍ਰੋਨੋਲੋਜੀਕਲ ਆਰਡਰ ਇਨ ਦਾ ਆਰਡਰ ਆਫ ਅਕਰੈਂਸ ਮਤਲਬ ਜਦੋਂ ਜਦੋਂ ਬੇਟਾ ਟ੍ਰਾਂਜੈਕਸ਼ਨ ਕੀ ਹੋ ਰਹੀ ਹੈ ਅਕਰ ਹੋ ਰਹੀ ਹੈ ਫੋਰ ਐਗਜ਼ਾਮਪਲ ਜਿੱਦਾਂ ਮੈਂ ਦੱਸਿਆ ਸੀ ਤੁਹਾਨੂੰ ਕਲਾਸ ਵਿੱਚ ਇਹ ਗੱਲ ਕਿ ਟ੍ਰਾਂਜੈਕਸ਼ਨ ਕੋਈ 1 ਮਈ ਨੂੰ ਕੀਤੀ ਕੋਈ 2 ਮਈ ਨੂੰ ਕੀਤੀ ਕੋਈ 4 ਮਈ ਨੂੰ ਕੀਤੀ ਜਿਸ ਤਰ੍ਹਾਂ ਉਹਨਾਂ ਦੀ ਬੇਟਾ ਅਕਰੈਂਸ ਆ ਰਹੀ ਹੈ ਜਿਸ ਵੇ ਦੇ ਨਾਲ ਡੇਟ ਆਫ ਟ੍ਰਾਂਜੈਕਸ਼ਨ ਰਿਕਾਰਡ ਹੋ ਰਹੀ ਹੈ ਉਸ ਵੇ ਦੇ ਨਾਲ ਉਹਨੂੰ ਆਪਾਂ ਲਿਖਣਾ ਦੈਟਸ ਏ book of journal transaction is must that is why book of original entry or prime entry in which transactions are recorded properly so it is a book of sorry features भी देखो बेटा definition जो निकल जाएंगे it is a book of केडी entry होगी book of original entry where transactions are recorded in this side so it is known कि next point it is day book because day wise transactions are recorded on day basis subsidiary book in which principal book of account chronological all records are proper winner according to their occurrence complete picture of business transaction and it will be recorded on both debit as well as credit side which maintain arithmetical accuracy so amount of transaction recorded both debit as well as credit column so every entry in the journal is followed with the narration which describe briefly true nature and context of transaction कि बेटा transaction दी nature है so that is the format of journal where journal date particular ledger folio debit as credit amount is to be given next to advantages of journal कि बेटा journal दी कुछ advantages है where first advantage that transactions are recorded date wise with explanation all business monetary transactions are entered in the chronological order that's the order of occurrence कि बेटा transaction ਜਦੋਂ ਹੁਣੇ ਆਪਾਂ ਗੱਲ ਕੀਤੀ ਸੀ ਮੀਨਿੰਗ ਦੇ ਵਿੱਚ ਕਿ ਡੇਟ ਵਾਈਜ਼ ਜਦੋਂ ਜਦੋਂ ਉਹਨਾਂ ਦੀ ਅਕਰੈਂਸ ਹੋਈ ਹੈ ਉਸ ਤਰੀਕੇ ਨਾਲ ਟ੍ਰਾਂਜੈਕਸ਼ਨ ਨੂੰ ਤੁਸੀਂ ਕੀ ਕਰਨਾ ਬੇਟਾ ਰਿਕਾਰਡ ਕਰਨਾ ਕਿਸ ਅੰਦਰ ਟ੍ਰਾਂਜੈਕਸ਼ਨ ਦੇ ਅੰਦਰ ਦੈਨ ਉਸ ਤੋਂ ਬਾਅਦ ਪ੍ਰੋਸੈਸ ਆਫ ਕਲਾਸੀਫਿਕੇਸ਼ਨ ਕਿ ਕਲਾਸੀਫਿਕੇਸ਼ਨ ਦਾ ਪ੍ਰੋਸੈਸ ਕੀ ਹੈ ਕਿ ਐਸ ਪਰ ਕਨਵੀਨੀਅੰਸ ਕਿ ਟ੍ਰਾਂਜੈਕਸ਼ਨ ਕੋਈ ਰਿਕਾਰਡ ਜਿਹੜੀ ਕੀਤੀ ਭੁੱਲ ਨਾ ਜਾਈਏ ਓਮਿਟ ਨਾ ਹੋ ਜਾਏ ਸੋ ਕਹਿਣ ਦਾ ਮਤਲਬ ਪ੍ਰੋਸੈਸ ਉਹਨਾਂ ਦਾ ਵੇ ਕਿਸ ਤਰੀਕੇ ਦਾ ਨੈਕਸਟ ਬੇਟਾ ਹੁਣੇ ਆਪਾਂ ਗੱਲ ਕਰਦੇ ਪਏ ਸੀ ਡਬਲ ਐਂਟਰੀਜ਼ ਰੂਲਸ ਹੈਵ ਬੀਨ ਫੋਲੋਡ ਕਿ ਤੁਹਾਨੂੰ ਆਪਾਂ ਸੈਕੰਡ ਚੈਪਟਰ ਦੇ ਵਿੱਚ ਬੇਟਾ ਇੱਕ ਪ੍ਰਿੰਸੀਪਲ ਪੜਾਇਆ ਸੀ ਡਬਲ ਐਂਟਰੀ ਐਸਪੈਕਟ ਟੂ ਕੀ ਕਹਿੰਦਾ ਸੀ ਐਵਰੀ ਡੈਬਿਟ ਇਕੁਅਲ ਟੂ ਕ੍ਰੈਡਿਟ ਬੇਟਾ ਸੇਮ ਰੂਲ ਹੈਜ਼ ਟੂ ਬੀ ਫੋਲੋਡ ਇਨ ਦੈਟ ਐਡਵਾਂਟੇਜ ਆਫ ਜਰਨਲ ਕਿ ਬੇਟਾ ਐਸਪੈਕਟ ਦੋ ਹੈਗੇ ਆ ਵਨ ਇਜ਼ ਡੈਬਿਟ ਐਂਡ ਸੈਕੰਡ ਵਨ ਇਜ਼ ਕ੍ਰੈਡਿਟ ਉਹ ਦੋਨੋਂ ਐਸਪੈਕਟ ਨੂੰ ਆਪਾਂ ਸਾਈਡ ਬਾਈ ਸਾਈਡ ਕੀ ਕਰਾਂਗੇ ਰਿਕਾਰਡ ਕਰਾਂਗੇ ਆ ਹੁਣ ਇੱਕ ਗੱਲ ਕਹੀ ਸੀ ਮੈਨੂੰ ਬੱਚੇ ਨੇ ਕਿਸੇ ਨੇ ਕਿ ਸਰ ਕਿ ਟ੍ਰਾਂਜੈਕਸ਼ਨ ਰਿਕਾਰਡ ਕਰਨ ਦਾ ਸਾਡੇ ਕੋਲ ਇੱਕ ਪ੍ਰੂਫ ਬਣ ਜਾਂਦਾ ਦੈਟ ਇਜ਼ ਰਿਲਾਇਬਲ ਐਵੀਡੈਂਸ ਕਿ ਆਪਾਂ ਨੂੰ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਆ ਕਿ ਸਾਨੂੰ ਕੋਈ ਕੱਲ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਫਰਾਡ ਕੀਤਾ ਹੈ ਟ੍ਰਾਂਜੈਕਸ਼ਨ ਦੇ ਵਿੱਚ ਕਿਉਂਕਿ ਸਾਡੇ ਕੋਲ ਇੱਕ ਪ੍ਰੂਫ ਹੈਗਾ ਕਿਉਂਕਿ ਆਪਾਂ ਨੂੰ ਹਰ ਇੱਕ ਚੀਜ਼ ਨੂੰ ਪ੍ਰੋਪਰ ਡੇ ਵਾਈਜ਼ ਬੇਟਾ ਰਿਕਾਰਡ ਕਰਦੇ ਪਏ ਦੈਟਸ ਅ ਰਿਲਾਇਬਲ ਐਵੀਡੈਂਸ ਦੈਨ ਸਬ ਡਿਵੀਜ਼ਨ ਇਨੇਬਲਸ ਡਿਵੀਜ਼ਨ ਆਫ ਲੇਬਰ ਨੈਕਸਟ ਪੁਆਇੰਟ ਕਿ ਬੇਟਾ ਇਹਨੂੰ ਡਿਵਾਈਡ ਕੀਤਾ ਜਾਂਦਾ ਵੱਖਰੇ ਵੱਖਰੇ ਪਾਰਟ ਦੇ ਵਿੱਚ ਦੈਟ ਇਜ਼ ਅ ਪ੍ਰੈਕਟੀਕਲ ਸਿਸਟਮ ਆਫ ਅਕਾਊਂਟਿੰਗ ਕਿਹੜਾ ਸਿਸਟਮ ਬੇਟਾ ਪ੍ਰੈਕਟੀਕਲ ਸਿਸਟਮ ਆ ਅਕਾਊਂਟਿੰਗ ਦਾ ਕਿ ਜਿਹਦੇ ਵਿੱਚ ਆਪਾਂ ਹਰ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹਾਂ ਪ੍ਰੋਪਰ ਵੇ ਦੇ ਨਾਲ ਨੈਕਸਟ ਬੇਟਾ ਆਪਾਂ ਡਿਟੈਕਸ਼ਨ ਆਫ ਐਰਰ ਅਰਥਮੈਟਿਕਲ ਐਰਰ ਲੱਭਦੇ ਹਾਂ ਕਿਉਂਕਿ ਆਪਾਂ ਡੈਬਿਟ ਕ੍ਰੈਡਿਟ ਆਪਾਂ ਹਰ ਵੇਲੇ ਸਾਈਡ ਬਾਈ ਸਾਈਡ ਚੈੱਕ ਕਰ ਦੇਣਾ ਬਾਈ ਚਾਂਸ ਕੋਈ ਵੀ ਐਰਰ ਆ ਗਿਆ ਡਿਟੈਕਟ ਹੋ ਗਿਆ ਉਹਨੂੰ ਉਸੇ ਵੇਲੇ ਆਪਾਂ ਕਮਿਟ ਕਰ ਲੈਣਾ ਨੈਕਸਟ ਪ੍ਰੋਵਾਈਡਸ ਪ੍ਰਾਇਮਰੀ ਸੋਰਸ ਆਫ ਡਾਟਾ ਕਿ ਡਿਫਰੈਂਟ ਟਾਈਪਸ ਦੇ ਬੇਟਾ ਵਾਊਚਰਸ ਹੁੰਦੇ ਆ ਇਨਫੋਰਮੇਸ਼ਨ ਕੰਟੇਨ ਕੀਤੀ ਜਾਂਦੀ ਹੈ ਸਟੈਟਸ ਵਗੈਰਾ ਫਾਰਵਰਡ ਬੈਲੈਂਸ ਨੂੰ ਬੇਟਾ ਆਪਾਂ ਕੀ ਕਰਦੇ ਰਹਿੰਦੇ ਫਾਰਵਰਡ ਕਰਦੇ ਰਹਿੰਦੇ ਪਹਿਲਾਂ ਬੈਲੈਂਸ ਆਇਆ ਉਹਨੂੰ ਅੱਗੇ ਫਾਰਵਰਡ ਕਰਤਾ ਫਿਰ ਫਾਰਵਰਡ ਕਰਤਾ ਕਿ ਨੈਕਸਟ ਈਅਰ ਨਾ ਓਪਨਿੰਗ ਐਂਟਰੀ ਬਣ ਜਾਵੇ ਫਿਰ ਟ੍ਰਾਂਸਫਰ ਅਕਾਊਂਟਸ ਕਿਹਦੇ ਥਰੂ ਅਕਾਊਂਟਸ ਟ੍ਰਾਂਸਫਰ ਕਰਦੇ ਜਰਨਲ ਦੇ ਥਰੂ ਪ੍ਰੋਪਰ ਸਿਸਟਮੈਟਿਕ ਵੇ ਦੇ ਨਾਲ ਨੈਕਸਟ ਆ ਗਿਆ ਲਿਮਿਟੇਸ਼ਨਸ ਆਫ ਜਰਨਲ ਕਿ ਜਰਨਲ ਦੇ ਕੁਝ ਨੁਕਸਾਨ ਹੈ ਕਿ ਕੁਝ ਲਿਮਿਟੇਸ਼ਨਸ ਹੈ ਸੋ ਫਸਟ ਪੁਆਇੰਟ ਦੈਟਸ ਇਟ ਕਿ ਟ੍ਰਾਂਜੈਕਸ਼ਨ ਦਾ ਬੇਟਾ ਸਾਈਜ਼ ਜਿਹੜਾ ਬਲਕੀ ਹੈ ਵੋਲੋਮੀਨੀਅਸ ਮਤਲਬ ਕਾਫੀ ਜ਼ਿਆਦਾ ਲੰਬੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਵਾ ਕਾਫੀ ਜ਼ਿਆਦਾ ਵਾ ਡੇਲੀ ਕੈਸ਼ ਬੈਲੈਂਸ ਆਰ ਨੋਟ ਪੋਸੀਬਲ ਕਿ ਰੋਜ਼ ਕੈਸ਼ ਬੈਲੈਂਸ ਜਿਹੜਾ ਸਰਟਨ ਕਰਨਾ ਪੋਸੀਬਲ ਹੈ ਸੈਪਰੇਟ ਬੁੱਕ ਮੇਨਟੇਨ ਕਰਨੀਆਂ ਪੈਂਦੀਆਂ ਇਸ ਪਰਪਸ ਲਈ ਸੈਟ ਦੈਟ ਇਜ਼ ਨੋਟ ਪੋਸੀਬਲ ਟੂ ਮੇਨਟੇਨ ਕੈਸ਼ ਬੈਲੈਂਸ ਦੈਨ डिफिकल्ट टू लोकेट ट्रांजैक्शन कि ट्रांजैक्शन लोकेट करना बहुत डिफिकल्ट है इज वेरी डिफिकल्ट एंड टाइम कंज्यूमिंग कि ट्रांजैक्शन बेटा की किया जाए रिकॉर्ड किया जाए टाइम कंज्यूमिंग पोस्टिंग कि टाइम जो बहुत ज़्यादा ईच एंड एवरी ट्रांजैक्शन से लगता पे है दैन इस तो बाद बेटा रूल्स ऑफ डबल एंट्री सिस्टम दो अप्रोचेस एक ट्रेडिशनल अप्रोच एक मॉडर्न अप्रोच एक डिस्कस की सवेरे क्लास के सो परसनल अकाउंट से डेबिट द रिसीवर रूल्स ऑफ गोल्डन रूल भी कह देंगे बेटा इनू तीन तरह के सी परसनल रियल नॉमिनल परसनल रूल की कहता सी डेबिट द रिसीवर क्रैडिट द गिवर एंड रियल
debit what comes in, credit what goes out, and nominal debit all expenses and losses, credit all income and gain. So beta personal account which is relate to the person, ਜਿਹੜਾ ਕਿ person ਦੇ ਨਾਲ relate ਕਰਦਾ ਪਿਆ। ਹੁਣ ਤੁਹਾਨੂੰ ਡਿਟੇਲ ਦਿੱਤੀ ਹੋਈ ਹੈ ਪਰਸਨ ਦੇ ਵਿੱਚ ਦੱਸਿਆ ਸੀ, ਪਰਸਨ ਤਿੰਨ ਤਰ੍ਹਾਂ ਦੇ ਦੱਸੇ ਸੀ, ਕਿਹੜੇ ਕਿਹੜੇ ਸੀ ਆਪਾਂ ਫਸਟ ਚੈਪਟਰ ਦੇ ਵਿੱਚ ਵੀ ਬੇਟਾ ਪੜਿਆ ਸੀ। ਤਿੰਨ ਤਰ੍ਹਾਂ ਦੇ ਅਕਾਊਂਟ ਹੁੰਦੇ ਕਿਹੜੇ ਕਿਹੜੇ, ਪਰਸਨਲ, ਨੈਚੁਰਲ ਪਰਸਨਲ, ਆਰਟੀਫਿਸ਼ੀਅਲ ਪਰਸਨਲ, ਰਿਪਰੈਜ਼ੈਂਟੇਟਿਵ। ਨੈਚੁਰਲ ਪਰਸਨਲ ਕਿਹੜੇ ਸੀ, ਜਿਹੜੇ ਹਿਊਮਨ ਬੀਂਗ ਨਾਲ ਰਿਲੇਟ ਕਰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਨਾਮ ਦੱਸੇ ਸੀ, ਤੁਹਾਡੀ ਕਲਾਸ ਦੇ ਬੱਚਿਆਂ ਦੇ ਨਾਮ ਦੱਸਦਾ ਪਿਆ ਸੀਗਾ, ਵੱਖਰੇ ਵੱਖਰੇ ਡਿਫਰੈਂਟ ਨੇਮਸ ਆ ਬੱਚਿਆਂ ਦੇ, ਦੈਟਸ ਇਜ਼ ਨੈਚੁਰਲ ਪਰਸਨ ਵਿਚ ਮੇਡ ਆਫ ਹਿਊਮਨ ਬੀਂਗ, ਜਿਹੜੇ ਹਿਊਮਨ ਬੀਂਗ ਨਾਲ ਰਿਲੇਟ ਕਰਦੇ। ਆਰਟੀਫਿਸ਼ੀਅਲ ਜਿਨ੍ਹਾਂ ਨੂੰ ਆਰਟੀਫਿਸ਼ੀਅਲੀ ਤੌਰ 'ਤੇ ਰਿਪਰੈਜ਼ੈਂਟ ਕੀਤਾ ਗਿਆ ਹੈਗਾ ਵਾ, ਆਰਗੇਨਾਈਜੇਸ਼ਨ, ਫਰਮਸ, ਕਲੱਬ, ਸਕੂਲ ਦਾ ਨਾਮ, ਕਾਲਜ ਦਾ ਨਾਮ, ਯੂਨੀਵਰਸਿਟੀ ਦਾ ਨਾਮ, these are artificial personal account। represent ਜਿਹੜਾ ਬੇਟਾ ਰਿਪਰੈਜ਼ੈਂਟ ਕੀਤਾ ਗਿਆ, ਜਿਸ ਤਰ੍ਹਾਂ ਆਊਟਸਟੈਂਡਿੰਗ ਪ੍ਰੀਪੇਡ ਦੀ ਗੱਲ ਦੱਸੀ ਗਈ ਸੀਗੀ, ਦੈਟਸ ਏ ਰਿਪਰੈਜ਼ੈਂਟਡ ਅਕਾਊਂਟ। ਦੈਨ ਉਸ ਤੋਂ ਬਾਅਦ ਆ ਗਏ ਰੀਅਲ ਅਕਾਊਂਟ, ਜਿਹਦੇ ਟੈਂਜੀਬਲ, ਇਨਟੈਂਜੀਬਲ, ਟੈਂਜੀਬਲ ਦੇਖ ਸਕਦੇ, ਇਨਟੈਂਜੀਬਲ ਜਿਨ੍ਹਾਂ ਨੂੰ ਆਪਾਂ ਨਹੀਂ ਦੇਖ ਸਕਦੇ, ਠੀਕ ਹੈ ਜੀ, ਇਹ ਗੋਲਡਨ ਰੂਲਸ ਹੋ ਗਏ। ਦੈਨ ਉਸ ਤੋਂ ਬਾਅਦ ਮਾਡਰਨ ਅਪਰੋਚ। ਮਾਡਰਨ ਅਪਰੋਚ ਬੇਟਾ ਤੁਹਾਨੂੰ ਕੀ ਦੱਸਿਆ ਸੀ ਕਿ ਇਸ ਮਾਡਰਨ ਅਪਰੋਚ ਦੇ ਵਿੱਚ ਕੀ ਸੀਗਾ ਬੇਟਾ, 4 ਟਾਈਪਸ, ਐਸਟ, ਲਾਇਬਿਲਿਟੀ, ਕੈਪੀਟਲ, ਐਕਸਪੈਂਸ, losses, revenue and contra transaction. So these are the transactions which are recorded under the modern approach. Modern approach ਇਸ transaction ਨੂੰ ਆਪਾਂ ਕੀ ਕਰਦੇ ਬੇਟਾ, ਰਿਕਾਰਡ ਕਰਦੇ। ਕੀ ਕਿਸ ਤਰੀਕੇ ਨਾਲ ਰਿਕਾਰਡ ਕਰਦੇ ਸੀ ਕਿ ਜੇ ਐਸਟ ਹੈ, ਐਸਟ ਡੈਬਿਟ ਇਨਕਰੀਜ਼ ਹੋਣ ਨਾਲ ਕੀ ਕਰਾਂਗੇ, ਡੈਬਿਟ, ਐਸਟ ਡਿਕਰੀਜ਼ ਹੋਣ ਨਾਲ ਕੀ ਕਰਾਂਗੇ, ਕ੍ਰੈਡਿਟ, ਲਾਇਬਿਲਿਟੀ ਡਿਕਰੀਜ਼ ਹੋਣ ਨਾਲ ਹੀ ਕਰਾਂਗੇ, ਡੈਬਿਟ, ਲਾਇਬਿਲਿਟੀ ਇਨਕਰੀਜ਼ ਹੋਣ ਨਾਲ ਕੀ ਕਰਾਂਗੇ, ਕ੍ਰੈਡਿਟ, ਕੈਪੀਟਲ ਡਿਕਰੀਜ਼ ਹੋਣ ਨਾਲ ਕੀ ਕਰਾਂਗੇ, ਡੈਬਿਟ, ਇਨਕਰੀਜ਼ ਹੋਣ ਨਾਲ ਕੀ ਕਰਾਂਗੇ, ਕ੍ਰੈਡਿਟ, ਰੈਵਨਿਊ ਡਿਕਰੀਜ਼ ਹੋਣ ਨਾਲ ਕੀ ਕਰਾਂਗੇ, ਡੈਬਿਟ, ਇਨਕਰੀਜ਼ ਹੋਣ ਨਾਲ ਕੀ ਕਰਾਂਗੇ, ਕ੍ਰੈਡਿਟ, ਐਕਸਪੈਂਸ ਐਂਡ ਲੌਸਿਸ ਇਨਕਰੀਜ਼ ਹੋਣ ਨਾਲ ਕੀ ਕਰਾਂਗੇ, ਡੈਬਿਟ, ਡਿਕਰੀਜ਼ ਹੋਣ ਨਾਲ ਕੀ ਕਰਾਂਗੇ, ਕ੍ਰੈਡਿਟ। ਇਹ ਬੇਟਾ ਰੂਲ ਨੂੰ ਜੇ ਆਪਾਂ ਸਮਰਾਈਜ਼ ਕਰ ਦਈਏ ਇੱਕ ਪ੍ਰੋਪਰ ਫਾਰਮ ਦੇ ਵਿੱਚ, ਤੇ ਤੁਹਾਨੂੰ ਕੀ ਦੱਸਾਂਗੇ ਕਿ ਜੇ ਤੁਹਾਡਾ ਖਰਚਾ, ਲੋਸ, ਐਸਟ ਕੋਈ ਵੱਧਦੀ ਹੈ, ਉਹਨੂੰ ਆਪਾਂ ਕੀ ਕਰਾਂਗੇ, ਡੈਬਿਟ। ਜੇ ਕੋਈ ਐਕਸਪੈਂਸ, ਲੋਸ, ਐਸਟ ਘਟਦੀ ਹੈ ਤੇ ਉਹਨੂੰ ਆਪਾਂ ਕਰਾਂਗੇ ਕ੍ਰੈਡਿਟ। ਜੇ ਆਪਣੀ ਕੋਈ ਇਨਕਮ, ਗੇਨ, ਲਾਇਬਿਲਿਟੀ, ਕੈਪੀਟਲ ਘਟ ਜਾਂਦੀ ਹੈ, ਉਹਨੂੰ ਕੀ ਕਰਦੇ ਆਪਾਂ, ਡੈਬਿਟ। ਜੇ ਆਪਣੀ ਇਨਕਮ, ਗੇਨ, ਲਾਇਬਿਲਿਟੀ, ਕੈਪੀਟਲ ਵੱਧ ਜਾਂਦੀ ਹੈ ਤੇ ਉਹਨੂੰ ਆਪਾਂ ਕੀ ਕਰਦੇ ਹਾਂ, ਕ੍ਰੈਡਿਟ। ਸੋ ਬੇਟਾ ਆਪਣੀਆਂ 2 ਅਪਰੋਚਿਸ ਸੀਗੀਆਂ, ਕਿਹੜੀ ਟ੍ਰੈਡੀਸ਼ਨਲ ਅਪਰੋਚ, ਇੱਕ ਕਿਹੜੀ ਅਪਰੋਚ ਸੀਗੀ, ਮਾਡਰਨ ਅਪਰੋਚ। ਉਸ 2 ਅਪਰੋਚ ਦੇ ਵਿੱਚ ਆਪਾਂ ਕੀ ਕਰਨਾ ਸੀ ਬੇਟਾ, ਅਕਾਊਂਟ ਪ੍ਰਿਪੇਅਰ ਕਰਨੇ ਸੀਗੇ। ਅਕਾਊਂਟ ਪ੍ਰਿਪੇਅਰ ਕਰਨ ਦਾ ਮਤਲਬ ਕੀ ਕਰਨਾ ਸੀ ਬੇਟਾ, ਉਹਨਾਂ ਦੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਸੀ। ਹੁਣ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਸਾਹਮਣੇ ਛੋਟਾ ਜਿਹਾ ਕੁਐਸਚਨ ਹੈ, ਐਗਜ਼ਾਮਪਲ ਫਸਟ ਹੈਗੀ ਤੁਹਾਡੀ ਬੁੱਕ ਦੇ ਵਿੱਚ ਬੇਟਾ। ਸੋ ਐਗਜ਼ਾਮਪਲ 1 ਦੇ ਵਿੱਚ ਬੇਟਾ ਕੀ ਲਿਖਿਆ ਹੋਇਆ ਵਾ, ਫਰੋਮ ਦਾ ਫੋਲੋਇੰਗ ਐਂਡ ਫਾਈਂਡ ਆਊਟ ਦਾ ਨੇਚਰ ਆਫ ਅਕਾਊਂਟ। 3 ਤਰ੍ਹਾਂ ਦੀ ਨੇਚਰ ਦੱਸੀ ਗਈ ਸੀ, ਪਰਸਨਲ, ਰੀਅਲ ਐਂਡ ਨੋਮੀਨਲ। ਆ ਡਿਫਰੈਂਟ ਹੈਡ ਦਿੱਤੇ ਹੋਏ ਆ। ਹੁਣ ਤੁਸੀਂ ਇਹਨਾਂ 'ਚੋਂ ਪਹਿਚਾਣ ਕਰਨੀ ਹੈ ਕਿਹੜਾ ਪਰਸਨਲ ਹੈ, ਕਿਹੜਾ ਰੀਅਲ ਹੈ ਤੇ ਕਿਹੜਾ ਨੋਮੀਨਲ ਹੈ। ਜਿਸ ਤਰ੍ਹਾਂ ਕੈਸ਼, ਅੱਛਾ ਪਰਸਨਲ, ਰੀਅਲ, ਨੋਮੀਨਲ। ਫਿਰ ਉਹੀ ਗੱਲ ਕਿ ਤੁਹਾਨੂੰ ਕੰਸੈਪਟ 'ਚ ਬੇਟਾ ਪਤਾ ਹੋਣਾ ਚਾਹੀਦਾ ਕਿ ਪਰਸਨਲ ਕਿਹੜੀ ਹੈ, ਰੀਅਲ ਕਿਹੜੀ ਹੈ, ਨੋਮੀਨਲ ਕਿਹੜੀ ਹੈ। ਪਰਸਨ ਵਿਚ ਇਜ਼ ਮੇਡ ਆਫ ਪਰਸਨਸ, ਕਿ ਜਿਹੜੀ ਪਰਸਨਸ ਦੇ ਨਾਲ ਬੇਟਾ ਡੀਲ ਕਰਦੀ ਹੈ ਉਹ ਪਰਸਨਲ ਹੋ ਜਾਊਗੀ। ਜਿਹੜੀ ਪਰਸਨ ਦੇ ਨਾਲ ਡੀਲ ਹੋ ਜਾਊਗੀ ਉਹ ਆਪਣੀ ਪਰਸਨਸ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਉਹ ਪਰਸਨਲ ਬਣ ਜਾਊਗੀ। ਐਂਡ ਰੀਅਲ ਹੋਊਗੀ ਜਿਹੜੀਆਂ ਕੋਈ ਐਸਟਸ, ਥਿੰਗਸ ਦੇ ਨਾਲ ਜਿਹੜੀ ਕੋਈ ਗੱਲ ਕਰਾਂਗੇ ਉਹਨੂੰ ਆਪਾਂ ਕੀ ਕਰਾਂਗੇ, ਰੀਅਲ ਦੇ ਵਿੱਚ ਆਪਾਂ ਡਿਨੋਟ ਕਰ ਦਾਂਗੇ। ਕੋਈ ਜਿੱਦਾਂ ਐਸਟਸ ਵਗੈਰਾ ਆ ਜਾਊਗੀ ਉਹਨੂੰ ਆਪਾਂ ਕੀ ਕਰ ਦਾਂਗੇ, ਰੀਅਲ ਦੇ ਵਿੱਚ ਨੋਟ ਕਰ ਦਾਂਗੇ। ਨੋਮੀਨਲ ਐਕਸਪੈਂਸਿਸ, ਲੌਸਿਸ, ਕੋਈ ਇਨਕਮ ਆ ਗਿਆ, ਕੋਈ ਗੇਨ ਆ ਗਿਆ, ਉਹਨੂੰ ਆਪਾਂ ਕਿੰਨਾ ਡਿਨੋਟ ਕਰ ਦਾਂਗੇ, ਕਿਸ ਤਰੀਕੇ ਨਾਲ ਡਿਨੋਟ ਕਰ ਦਾਂਗੇ, ਨੋਮੀਨਲ ਦੇ ਬਿਨਾਂ। ਸੋ ਕਹਿਣ ਦਾ ਮਤਲਬ, ਹੁਣ ਦੇਖੋ ਸੁਣੋ ਐਗਜ਼ਾਮਪਲ, ਪਰਸਨ ਦੇ ਵਿੱਚ ਜਿਸ ਤਰ੍ਹਾਂ ਬੈਂਕ ਆ ਗਿਆ, ਮੋਹਨ ਆ ਗਿਆ, ਕਲਿਆਣੀ ਪਬਲਿਸ਼ਰ ਆ ਗਿਆ, CBSE ਬੋਰਡ ਆ ਗਿਆ। ਥੀਸ ਆਰ ਦਾ ਐਗਜ਼ਾਮਪਲਸ ਆਫ ਪਰਸਨਲ, ਕਿ ਜਿਹੜੀਆਂ ਅਸੀਂ ਇਹਨੂੰ ਪਰਸਨਲ ਤੌਰ 'ਤੇ ਰਿਪਰੈਜ਼ੈਂਟ, ਇਨਕਮ ਰਿਸੀਵ ਇਨ ਐਡਵਾਂਸ, ਕੋਈ ਡਰਾਇੰਗ ਆ ਗਈਆਂ, ਇਹ ਕੀ ਹੈ, ਇਹ ਸਾਡੀਆਂ ਪਰਸਨਲ ਹੈਗੀਆਂ। ਐਂਡ ਰੀਅਲ ਦੇ ਵਿੱਚ ਲੈਂਡ ਐਂਡ ਬਿਲਡਿੰਗ, ਫਰਨੀਚਰ, ਮੋਟਰ ਵਾਹੀਕਲ, ਜਿਹੜੀਆਂ ਤੁਹਾਡੀਆਂ ਬੇਟਾ ਐਸਟਸ ਵਗੈਰਾ ਆ ਜਾਂਦੀਆਂ, ਉਹ ਸਾਰੀਆਂ ਤੁਹਾਡੀਆਂ ਕੀ ਹੈਗੀਆਂ ਵਾ, ਰੀਅਲ ਅਕਾਊਂਟ ਦੇ ਨਾਲ ਕੀ ਕਰਦੀਆਂ ਬੇਟਾ, ਡੀਲ ਕਰਦੀਆਂ ਹੈਗੀਆਂ। ਸੋ ਕਹਿਣ ਦਾ ਮਤਲਬ ਕਿ ਤੁਹਾਨੂੰ ਬੇਟਾ ਪਤਾ ਹੋਣਾ ਚਾਹੀਦਾ ਪਰਸਨਲ ਕਿਹੜੀਆਂ, ਰੀਅਲ ਕਿਹੜੀਆਂ ਤੇ ਨੋਮੀਨਲ ਦੇ ਵਿੱਚ ਐਕਸਪੈਂਸਿਸ, ਫੋਰ ਐਗਜ਼ਾਮਪਲ ਰੈਂਟ ਆ ਗਿਆ, ਸੈਲਰੀ ਆ ਗਈ। ਸੋ ਕਹਿਣ ਦਾ ਮਤਲਬ ਬੇਟਾ ਕਿ ਇਹਦੇ ਵਿੱਚ ਨੋਮੀਨਲ ਦੇ ਵਿੱਚ ਕੋਈ ਇੰਟਰਸਟ, ਕੋਈ ਰੈਂਟ, ਕੋਈ ਸੈਲਰੀ, ਕੋਈ ਕਮਿਸ਼ਨ, ਕੁਛ ਇਸ ਤਰ੍ਹਾਂ ਦੇ ਐਕਸਪੈਂਸਿਸ ਆ ਜਾਂਦੇ ਆ ਜਿਹੜੇ ਕੀ ਆਪਾਂ ਕਿਸ ਤਰੀਕੇ ਨਾਲ ਡੀਲ ਕਰਦੇ ਆ, ਨੋਮੀਨਲ ਦੇ ਨਾਲ ਡੀਲ ਕਰਦੇ ਆ। ਸੋ ਬੇਟਾ ਇਹ ਆਪਣੀ ਸੀਗੀ ਪਰਸਨਲ, ਰੀਅਲ, ਨੋਮੀਨਲ। ਦੈਨ ਇਸ ਤੋਂ ਬਾਅਦ ਐਨਾਲਿਸਿਸ ਦਾ ਟ੍ਰਾਂਜੈਕਸ਼ਨ ਕਰਨਾ, ਕਿ ਹੁਣ ਤੁਸੀਂ ਕੁਐਸਚਨ ਦੇ ਵਿੱਚ ਕੀ ਦੱਸੋਗੇ, ਡੈਬਿਟ ਤੇ ਕ੍ਰੈਡਿਟ। ਜਿੱਦਾਂ ਐਸਟ ਵੱਧ ਗਈ ਕੀ ਕਰਾਂਗੇ, ਡੈਬਿਟ, ਐਕਸਪੈਂਸਿਸ ਵੱਧ ਗਏ, ਸੈਕੰਡ ਇਲਸਟ੍ਰੇਸ਼ਨ 'ਚ ਕੀ ਲਿਖਿਆ ਹੋਇਆ, ਇਨਕਰੀਜ਼ ਇਨ ਐਕਸਪੈਂਸਿਸ, ਡੈਬਿਟ, ਡਿਕਰੀਜ਼ ਇਨ ਐਸਟ, ਕ੍ਰੈਡਿਟ, ਇਨਕਰੀਜ਼ ਇਨ ਲਾਇਬਿਲਿਟੀ,
credit, increase in income, credit, decrease in owner capital, debit, decrease in liability, debit, decrease in expense and losses, credit. So I hope all of you understand the concept. Thanks.